ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀ, ਜੋ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਸਤਿਗੁਰੂ ਕਿਰਪਾ ਕਰਕੇ ਸਮੱਤ ਬਖਸ਼ ਕੇ ਸੇਵਾ ਲੈਣ। ਸੋ ਆਪਾਂ ਪਹਿਲਾਂ ਵੀ ਕੁਝ ਕੁ ਵਿਚਾਰਾਂ ਕੀਤੀਆਂ ਸਨ ਕਿ ਇਨਕਲਾਬ ਅਤੇ ਸੁਧਾਰਵਾਦ ਲਹਿਰ ਵਿੱਚ ਕੀ ਫਰਕ ਹੈ। ਜੋ 10ਵੇਂ ਪਾਤਸ਼ਾਹ ਵੱਲੋਂ ਸੰਪੂਰਨ ਸਿੱਖ ਦੀ ਘਾੜਤ ਘੜਨਾ, ਨਵੇਕਲਾ ਖਾਲਸਾਈ ਸਰੂਪ ਬਖਸ਼ਣਾ ਬਿਲਕੁਲ ਹੀ ਬਦਲਾਓ ਹੈ। ਖਾਲਸਾ ਪੰਥ ਦੀ ਸਾਜਨਾ ਸਭ ਬੰਧਨਾਂ ਦੀਆਂ ਵਿਚਾਰਾਂ ਤੋੜ ਦਿੰਦੀ ਹੈ। ਜਦੋਂ ਕਿ ਸਤਿਗੁਰੂ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਣ ਵਾਲੇ ਸਿੱਖ ਦੇ ਸਭ ਕਰਮ ਧਰਮ ਨਾਸ਼ ਕਰ ਦਿੱਤੇ, ਸਭ ਜਾਤ ਪਾਤ ਉਸ ਦੀ ਖਤਮ ਕਰ ਦਿੱਤੀ, ਤੇ ਤੂੰ ਕਿਹਾ ਕਿ ਤੂੰ ਕੇਵਲ ਤੇ ਕੇਵਲ ਖਾਲਸਾ ਹੈ। ਪਰਮਾਤਮਾ ਦੀ ਮੌਜ ਵਿੱਚ ਖੰਡੇ ਦੀ ਧਾਰ ਤੋਂ ਤੂੰ ਪ੍ਰਗਟਿਆ ਹੈ। ਤੂੰ ਸਿਰਫ ਵਾਹਿਗੁਰੂ ਦਾ ਹੈ ਤੇ ਉਸੇ ਦੀ ਹੀ ਫਤਿਹ ਹੋਣੀ ਹੈ। ਤੂੰ ਵਾਹਿਗੁਰੂ ਦਾ ਹੀ ਨਾਮ ਸਿਮਰਨਾ ਹੈ, ਉਹਦੀ ਰਜਾ ਵਿੱਚ ਰਹਿਣਾ ਹੈ। 5 ਕਕਾਰਾਂ ਦਾ ਪਹਿਨਣਾ ਜ਼ਰੂਰੀ ਹੈ। ਪੰਜ ਪ੍ਰਧਾਨੀ ਵਿਚਾਰਧਾਰਾ ਦਾ ਪਸਾਰ, ਬਾਣੀ ਬਾਣੇ ਦੀ ਪ੍ਰਪੱਕਤਾ, ਚਰਨ ਪਹੁਲ ਦੀ ਥਾਂ ਖੰਡੇ ਦੀ ਪਹੁਲ, ਸੰਤ ਸਿਪਾਹੀ ਦਾ ਨਿਆਰਾ ਰੂਪ, ਜੋ ਨਿਮਾਣਿਆਂ ਤੇ ਨਤਾਣਿਆਂ ਦਾ ਸ਼ਾਸਤਰ ਤੇ ਸ਼ਾਸਤਰਾਂ ਦਾ ਮਾਹਰ ਹੋ ਜਾਣਾ, ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਦੇ ਕੀਤੇ ਹੋਏ ਬਚਨਾਂ ਦਾ ਪੂਰਾ ਹੋਣਾ। ਤਕਰੀਬਨ 239 ਸਾਲਾਂ ਵਿੱਚ ਸਿੱਖ ਇਨਕਲਾਬ ਨੇ ਸਮਾਜ ਦੇ ਜਰਜਰੇ ਹੋ ਚੁੱਕੇ ਪੁਰਾਤਨ ਢਾਂਚੇ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ ਸੀ। ਸੋ ਗੁਰੂ ਪਿਆਰਿਓ, ਇੱਥੋਂ ਤੱਕ ਆਪਾਂ ਪਹਿਲਾਂ ਜੋ ਵਿਚਾਰ ਕੀਤੀ ਸੀ। ਇਸ ਤੋਂ ਅੱਗੇ ਜੋ ਉਹ ਜਗਿਆਸੂ ਨੌਜਵਾਨ ਕਹਿਣ ਲੱਗਾ, ਕਹਿੰਦਾ ਕਿ ਵਾਹ ਜੀ ਵਾਹ, ਹੁਣ ਕੋਈ ਕਰਨ ਵਾਲੀ ਗੱਲ ਤਾਂ ਪਿੱਛੇ ਨਹੀਂ ਰਹਿ ਗਈ, ਪਰ ਸ਼ੰਕਾ ਜ਼ਰੂਰ ਹੈ ਕਿ ਆਹ ਜੋ ਸੰਘ ਪਰਿਵਾਰ ਵਾਲੇ ਰੌਲਾ ਪਾਈ ਜਾਂਦੇ ਆ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਫਿਰਕਾ ਹੈ, ਇਹ ਕਿਉਂ ਕਹਿ ਰਹੇ ਹਨ? ਕੁਝ ਇਹਦੇ ਬਾਰੇ ਵਿਸਥਾਰ ਪੂਰਵਕ ਦੱਸੋ ਜੀ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਦੇਖੋ ਭਾਈ, ਇਨਸਾਨੀਅਤ ਦੇ ਨਾਤੇ ਅਸੀਂ ਸਾਰੇ ਆਪਸ ਵਿੱਚ ਭਾਈ ਭਾਈ ਹਾਂ। ਗੁਰੂ ਸਾਹਿਬਾਨਾਂ ਦਾ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ, ਕਿਉਂਕਿ ਸਾਡਾ ਧਰਮ ਸਿਧਾਂਤ ਇੱਕ ਪ੍ਰਮਾਤਮਾ ਦੀ ਹਸਤੀ ਨੂੰ ਮੰਨਦਾ ਹੈ, ਤੇ ਫਿਰ ਉਸ ਦੀ ਸਿਰਜੀ ਲੁਕਾਈ ਵਿੱਚ ਕੋਈ ਵਿਤਕਰਾ ਨਹੀਂ ਰਹਿ ਜਾਂਦਾ। ਜਿੱਥੋਂ ਤੱਕ ਧਰਮ ਦਾ ਸਵਾਲ ਹੈ, ਜਿਸ ਵਿੱਚ ਕਿਸੇ ਪੰਥ ਜਾਂ ਕੌਮ ਦੀਆਂ ਰੀਤਾਂ ਰਸਮਾਂ, ਵਿਚਾਰਧਾਰਾ ਜਾਂ ਵਿਸ਼ਵਾਸ ਹੈ, ਉਸ ਵਿੱਚ ਬੁਨਿਆਦੀ ਫਰਕ ਜ਼ਰੂਰ ਹੁੰਦਾ ਹੈ। ਮੂਲ ਰੂਪ ਵਿੱਚ ਤਾਂ ਇਨਸਾਨ ਦਾ ਧਰਮ ਇਨਸਾਨੀਅਤ ਹੈ, ਤੇ ਹਿੰਦੂ ਮੁਸਲਿਮ ਸਿੱਖ ਈਸਾਈ ਜਾਂ ਬੋਧੀ ਜੋਨੀ ਬਾਅਦ ਵਿੱਚ ਹੈ। ਇਨਸਾਨੀਅਤ ਦੇ ਨਾਤੇ ਬਹੁ ਗਿਣਤੀ ਵਾਲੀਆਂ ਕੌਮਾਂ ਦਾ ਘੱਟ ਗਿਣਤੀ ਵਾਲੀਆਂ ਕੌਮਾਂ ਨਾਲ ਈਰਖਾ ਜਾਂ ਵੈਰ ਵਿਰੋਧ ਕਰਨਾ ਜਾਂ ਉਹਨਾਂ ਨੂੰ ਖਤਮ ਕਰਨ ਦੀਆਂ ਚਾਲਾਂ ਚੱਲਣਾ, ਇਹ ਵਿਚਾਰ ਤਾਂ ਫਿਰ ਕਿਸੇ ਵੀ ਧਰਮ ਦੇ ਵਿੱਚ ਪ੍ਰਵਾਨ ਨਹੀਂ। ਜੋ ਇਹ ਕਹਿ ਰਹੇ ਹਨ, ਇਹ ਪ੍ਰਚਾਰ ਕਰਦੇ ਹਨ, ਇਹ ਬਿਲਕੁਲ ਸ਼ਰਾਰਤੀਪੂਰਨ ਹੈ, ਜਿਸ ਵਿੱਚ ਕੋਈ ਵੀ ਸੱਚਾਈ ਨਹੀਂ। ਸ਼ਾਇਦ ਤੂੰ ਇੱਕ ਪੰਛੀਆਂ ਦੀ ਕਹਾਣੀ ਸੁਣੀ ਹੋਵੇਗੀ, ਜੇ ਨਹੀਂ ਸੁਣੀ ਤਾਂ ਸੁਣ। ਕਹਿੰਦੇ ਕਿ ਇੱਕ ਵਾਰੀ ਸੂਰਜ ਚੜ੍ਹੇ ਤੋਂ ਬਹੁਤ ਸਾਰੇ ਪੰਛੀ ਜੰਗਲ ਦੇ ਵਿੱਚ ਇਕੱਠੇ ਬੈਠੇ ਸੀ, ਜੋ ਖੁਸ਼ੀ ਮਨਾ ਰਹੇ ਸੀ, ਖੁਸ਼ੀਆਂ ਦੇ ਗੀਤ ਗਾ ਰਹੇ ਸੀ, ਨੱਚ ਖੇਡ ਰਹੇ ਸੀ ਕਿ ਇੰਨੇ ਨੂੰ ਇੱਕ ਉੱਲੂ ਵੀ ਉਹਨਾਂ ਦੇ ਵਿੱਚ ਆ ਕੇ ਬਹਿ ਗਿਆ
ਤੇ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਇੰਨੇ ਖੁਸ਼ ਕਿਉਂ ਹੋ, ਖੁਸ਼ੀ ਦੇ ਵਿੱਚ ਇੰਨੇ ਗੀਤ ਗਾ ਰਹੇ ਹੋ। ਪੰਛੀ ਕਹਿੰਦੇ ਕਿ ਰਾਤ ਦਾ ਹਨੇਰਾ ਦੂਰ ਹੋ ਗਿਆ ਹੈ, ਸੂਰਜ ਦੀ ਰੋਸ਼ਨੀ ਹੋ ਗਈ ਹੈ, ਅਸੀਂ ਧੁੱਪ ਵੇਖ ਕੇ ਖੁਸ਼ ਹਾਂ। ਤਾਂ ਉਹ ਉੱਲੂ ਕਹਿਣ ਲੱਗਾ ਕਿ ਕਿਹੜਾ ਸੂਰਜ, ਕਿਹੜੀ ਰੋਸ਼ਨੀ, ਕਿਹੜੀ ਧੁੱਪ, ਐਵੇਂ ਝੂਠ ਨਾ ਮਾਰੋ। ਸਾਰੇ ਪੰਛੀ ਸਮਝਾਉਣ ਲੱਗੇ, ਕੋਈ ਕਵੇ ਕਿ ਸੂਰਜ ਗੋਲ ਗੋਲ ਹੈ, ਕੋਈ ਕਵੇ ਇਹਦੀ ਚਿੱਟੀ ਚਿੱਟੀ ਰੋਸ਼ਨੀ ਹੈ। ਪਰ ਉੱਲੂ ਦੀ ਮਜਬੂਰੀ ਸੀ ਕਿ ਉਹਨੂੰ ਦਿਨੇ ਜੋ ਸੂਰਜ ਦਿਸਦਾ ਨਹੀਂ, ਉਹਨੂੰ ਦਿਨੇ ਦਿਸਦਾ ਹੀ ਨਹੀਂ, ਉਹ ਆਪਣੀ ਅੜੀ ਨਾ ਛੱਡੇ। ਅੰਤ ਅੱਕ ਥੱਕ ਕੇ ਪੰਛੀਆਂ 'ਚੋਂ ਇੱਕ ਸਿਆਣਾ ਪੰਛੀ ਕਹਿਣ ਲੱਗਾ, ਉਹ ਕਹਿੰਦਾ ਕਿ ਚਲੋ ਆਪਾਂ ਉੱਡ ਚੱਲੀਏ। ਇਹ ਨਵਾਂ ਪਰਿੰਦਾ ਹੈ, ਜਾਂ ਸ਼ੈਤਾਨ ਹੈ, ਜਾਂ ਅੰਨ੍ਹਾ ਹੈ, ਤੇ ਜਾਂ ਫਿਰ ਪਾਗਲ ਹੈ। ਜੇਕਰ ਇਹ ਸ਼ੈਤਾਨ ਹੈ ਤਾਂ ਇਹਨੇ ਸੂਰਜ ਦੀ ਹੋਂਦ ਬਾਰੇ ਮੰਨਣਾ ਹੀ ਨਹੀਂ। ਜੇਕਰ ਇਹ ਅੰਨ੍ਹਾ ਹੈ ਤਾਂ ਇਹਨੇ ਵੇਖੇ ਬਿਨਾਂ ਸਮਝਣਾ ਨਹੀਂ। ਜੇਕਰ ਇਹ ਪਾਗਲ ਹੈ ਤਾਂ ਕਮਲ ਮਾਰਨਾ ਇਹਦੀ ਆਦਤ ਹੈ। ਤੇ ਹੁਣ ਭਾਈ, ਜੇ ਵਿਸ਼ਵ ਦੇ ਵਿੱਚ ਸਾਡੀ ਹੋਂਦ ਨਿਆਰਾ ਪੰਥ ਕਰਕੇ ਜਾਣੀ ਜਾਂਦੀ ਹੈ, ਤਾਂ ਸਾਨੂੰ ਕਿਸੇ ਪਰਿੰਦੇ ਤੋਂ ਸੂਰਜ ਦੀ ਹੋਂਦ ਵਾਂਗ ਕੋਈ ਕੌਮੀ ਹੋਂਦ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਇਹ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ ਸਿੱਖ ਇੱਕ ਨਿਆਰਾ ਖਾਲਸਾ ਹੈ, ਸਿੱਖ ਇੱਕ ਨਿਆਰੀ ਕੌਮ ਹੈ, ਸਿੱਖ ਇੱਕ ਵੱਖਰੀ ਕੌਮ ਹੈ। ਤਾਂ ਨੌਜਵਾਨ ਕਹਿਣ ਲੱਗਾ ਕਿ ਫਿਰ ਵੀ ਕੋਈ ਗੱਲ ਕਰੇ ਤਾਂ ਸਿੱਖ ਇਨਕਲਾਬ ਦੇ ਪ੍ਰਸੰਗ ਵਿੱਚ ਉੱਤਰ ਦੇਣਾ ਹੀ ਪੈ ਸਕਦਾ ਹੈ। ਭਾਈ ਸਾਹਿਬ ਜੀ, ਉਹ ਵੀ ਕੁਝ ਦੱਸ ਛੱਡੋ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਪਹਿਲੀ ਗੱਲ ਕਿ ਅਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ। ਅਸੀਂ ਉਸ ਅਕਾਲ ਪੁਰਖ ਦੀ ਪੂਜਾ ਕਰਕੇ ਹੀ ਦੂਜਿਆਂ ਤੋਂ ਵੱਖਰੇ ਹਾਂ। ਸਾਡੇ 'ਚ ਕੋਈ ਦੇਵੀ ਦੇਵਤਿਆਂ, ਕਬਰਾਂ, ਮੜੀਆਂ, ਮਸਾਣੀਆਂ ਜਾਂ ਮੂਰਤੀਆਂ ਦੀ ਪੂਜਾ ਨਹੀਂ ਹੁੰਦੀ। ਹਰ ਤਰ੍ਹਾਂ ਦੇ ਕਰਮ ਕਾਂਡਾਂ ਅਤੇ ਰੀਤੀ ਰਿਵਾਜਾਂ ਅਤੇ ਅਡੰਬਰਾਂ ਤੋਂ ਅਸੀਂ ਮੁਕਤ ਹਾਂ। ਸਿੱਖ ਧਰਮ ਇਹਨਾਂ ਰੀਤਾਂ ਰਿਵਾਜਾਂ ਕਰਮ ਕਾਂਡਾਂ ਨੂੰ ਨਹੀਂ ਮੰਨਦਾ। ਸਾਡੇ ਗੁਰਦੁਆਰੇ ਵੱਖਰੇ, ਇੱਥੋਂ ਦੀ ਮਰਜ਼ਾਦਾ ਵੱਖਰੀ, ਸਾਡੇ ਧਰਮ ਗ੍ਰੰਥ ਵੱਖਰੇ, ਤੀਰਥ ਪੂਜਾ ਭੇਟਾ ਪ੍ਰਸਾਦ ਵੱਖਰਾ, ਵਿਆਹ ਜਨਮ ਮਰਨ ਸੰਸਕਾਰ ਅਤੇ ਤਿਉਹਾਰ ਵੱਖਰੇ। ਸਾਡਾ ਇਤਿਹਾਸ, ਸੱਭਿਆਚਾਰ, ਵਿਸ਼ਵਾਸ, ਫਤਿਹ, ਸੰਪੂਰਨ ਸਰੂਪ, ਬਾਣੀ ਬਾਣਾ ਸਭ ਕੁਝ ਪੁਰਾਤਨ ਬੁਨਿਆਦੀ ਢਾਂਚੇ ਤੋਂ ਵੱਖਰਾ ਹੈ। ਇਹ ਨਵੇਂ ਰੂਪ 'ਚ ਇਨਕਲਾਬ ਨਹੀਂ ਤਾਂ ਹੋਰ ਕੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਤਾੜਨਾ ਕਰਕੇ ਜ਼ੋਰ ਦੇ ਕੇ ਕਿਹਾ, ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਹ ਵਿਪਰਵਾਦ ਤੋਂ ਵੱਖਰਾ ਗੁਰਮਤਵਾਦ ਹੀ ਤਾਂ ਸਿੱਖ ਇਨਕਲਾਬ ਹੈ। ਇਸ ਸੰਬੰਧੀ ਅਨੇਕਾਂ ਉਦਾਹਰਨਾਂ ਹਨ, ਜਿਵੇਂ ਰਹਿਤਨਾਮਾ ਭਾਈ ਚੌਪਾ ਸਿੰਘ ਜੀ ਦਾ, ਜਿਸ ਵਿੱਚ ਲਿਖਿਆ ਹੈ, ਖਾਲਸਾ ਹਿੰਦੂ ਮੁਸਲਮਾਨ ਤੋਂ ਨਿਆਰਾ ਰਹੇ। ਰਹਿਤਨਾਮਾ ਭਾਈ ਦਇਆ ਸਿੰਘ ਵਿੱਚ ਆਉਂਦਾ ਹੈ, ਖਾਲਸਾ ਹਿੰਦੂ ਮੁਸਲਮ ਕੀ ਕਾਣ ਕੋ ਮੇਟੇ, ਪੁਨ ਹਿੰਦੂ ਤੁਰਕਣ ਤੇ ਨਿਆਰਾ, ਰਚੋ ਪੰਥ ਇਹ ਬੜੀ ਅਪਾਰਾ। ਸੋ ਗੁਰੂ ਪਿਆਰਿਆ, ਗੁਰਮਤ ਦੀ ਆਪਣੀ ਨਵੀਨ ਵਿਚਾਰਧਾਰਾ ਕਰਕੇ ਹੀ ਤਾਂ ਸੰਸਾਰ ਵਿੱਚ ਖਾਲਸੇ ਦੀ ਨਿਵੇਕਲੀ ਪਹਿਚਾਣ ਹੈ। ਇਸੇ ਕਰਕੇ ਜਗਿਆਸੂ ਕਹਿਣ ਲੱਗਾ ਕਿ ਇਸੇ ਕਰਕੇ ਸਿੱਖੀ ਨੂੰ ਨਵੇਂ ਯੁੱਗ ਦਾ ਧਰਮ ਵੀ ਕਿਹਾ ਜਾਂਦਾ ਹੈ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਬਿਲਕੁਲ ਠੀਕ ਹੈ। ਜੋ
ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨ ਸਿੱਖੀ ਬਾਰੇ ਲਿਖਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਵੇਂ ਧਰਮ ਨੂੰ ਸਮਝਿਆ ਹੈ ਉਹ ਇੰਨਾ ਮਹਾਨ ਤੇ ਸਿੱਧਾ ਸਾਦਾ ਹੈ ਕਿ ਹਰ ਆਦਮੀ ਸਹੀ ਅਰਥਾਂ ਵਿੱਚ ਧਾਰਮਿਕ ਵਿਅਕਤੀ ਬਣ ਸਕਦਾ ਹੈ ਜੇ ਉਹ ਚਾਹੇ ਤਾਂ। ਸਿੱਖ ਧਰਮ ਨੂੰ ਕੇਵਲ ਅੱਜ ਦਾ ਧਰਮ ਹੀ ਨਹੀਂ ਸਗੋਂ ਕੱਲ੍ਹ ਦਾ ਧਰਮ ਵੀ ਸਵੀਕਾਰਦਾ ਹੈ। ਇਹਨਾਂ ਵਿਚਾਰਧਾਰਾਂ ਦਾ ਮਤਲਬ ਸਮਝ ਆ ਜਾਂਦਾ ਹੈ ਕਿ ਇਨਸਾਨ ਦਾ ਅਸਲ ਧਰਮ ਕੀ ਹੈ। ਇਸ ਤਰ੍ਹਾਂ ਦੇ ਗੈਰ ਸਿੱਖ ਵਿਦਵਾਨਾਂ ਤੇ ਬੇਅੰਤ ਵਿਚਾਰ ਸਿੱਖੀ ਪ੍ਰਤੀ ਮਿਲਦੇ ਹਨ ਜੋ ਉਹਨਾਂ ਸਮੁੱਚੇ ਧਰਮਾਂ ਤੇ ਡੂੰਘੇ ਅਧਿਐਨ ਤੋਂ ਬਾਅਦ ਪ੍ਰਗਟ ਕੀਤੇ ਹਨ। ਉਹਨਾਂ ਦੂਜੇ ਧਰਮਾਂ ਦੇ ਪ੍ਰਸੰਗ ਵਿੱਚ ਗੁਰਮਤਿ ਦੀ ਨਵੀਂ ਵਿਚਾਰਧਾਰਾ ਨੂੰ ਸਿੱਧੇ ਰੂਪ ਵਿੱਚ ਪ੍ਰਵਾਨਿਆ ਹੈ। ਬਾਕੀ ਵਧੇਰੇ ਜਾਣਕਾਰੀ ਲਈ ਸਿੱਖ ਰਹਿਤ ਮਰਜ਼ਾਦਾ ਪੜ੍ਹ ਕੇ ਵੇਖੋ ਜਿਸ ਵਿੱਚ ਗੁਰਮਤਿ ਦੀ ਵਿਲੱਖਣਤਾ ਤੇ ਨਿਵੇਕਲਾਪਣ ਦਾ ਗਿਆਨ ਹੁੰਦਾ ਹੈ। ਰਹਿਤ ਮਰਜ਼ਾਦਾ ਬਾਰੇ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਹ ਗੁਰਮਤਿ ਅਨੁਸਾਰੀ ਸਿੱਖ ਇਨਕਲਾਬ ਦੇ ਵਾਰਸਾਂ ਦਾ ਸੰਖੇਪ ਸੰਵਿਧਾਨ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਥਕ ਜੁਗਤ ਅਨੁਸਾਰ ਪੰਥ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਤਾਂ ਉਹ ਨੌਜਵਾਨ ਜਗਿਆਸੂ ਫਿਰ ਕਹਿਣ ਲੱਗਾ ਕਿ ਇਹਦਾ ਮਤਲਬ ਸਿੱਖ ਇਨਕਲਾਬ ਨੂੰ ਆਪਣੀ ਅਸਲ ਹੋਂਦ ਵਿੱਚ ਆਉਣ ਤੱਕ 239 ਸਾਲ ਲੱਗੇ ਹਨ। ਇਹ ਸਿਧਾਂਤ ਅੱਜ ਵੀ ਕਾਇਮ ਹਨ ਤੇ ਰਹਿੰਦੀ ਦੁਨੀਆ ਤੱਕ ਹੀ ਕਾਇਮ ਰਹਿਣਗੇ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਬਿਲਕੁਲ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਦੇ ਨਕਸ਼ੇ ਤੇ ਸਿੱਖ ਦੀ ਪਹਿਚਾਣ ਗੁਰਮਤਿ ਸਿਧਾਂਤਾਂ ਬਾਣੀ ਬਾਣੇ ਤੇ ਨਵੀਨ ਵਿਚਾਰਧਾਰਾ ਕਰਕੇ ਹੀ ਹੈ। ਜੇਕਰ ਸਿੱਖ ਬਾਣੀ ਬਾਣੇ ਦਾ ਧਾਰਨੀ ਹੋਵੇ ਗੁਰਮਤਿ ਵਿਚਾਰ ਕਰਦਾ ਹੋਵੇ ਗੁਰਮਤਿ ਵਿਚਾਰ ਨੂੰ ਸਮਝਦਾ ਹੋਵੇ ਸਿੱਖ ਰਹਿਤ ਮਰਜ਼ਾਦਾ ਨੂੰ ਸਮਝਦਾ ਹੋਵੇ ਤਾਂ ਇਹ ਭਾਈ ਨਵੀਨ ਵਿਚਾਰਧਾਰਾ ਕਰਕੇ ਹੀ ਇਸ ਦੀ ਪਹਿਚਾਣ ਹੈ। ਇਸੇ ਕਰਕੇ ਹੀ ਇਹਦਾ ਸਿੱਖ ਰੂਪ ਦਿਸਦਾ ਹੈ। ਜੇਕਰ ਇਹ ਵੀ ਕਰਮ ਕਾਂਡਾਂ ਦੇ ਵਿੱਚ ਫਸਿਆ ਹੈ ਇਹ ਮੂਰਤੀਆਂ ਪੂਜਾ ਦੇ ਵਿੱਚ ਫਸਿਆ ਹੈ ਤਾਂ ਇਹਦਾ ਸਿੱਖ ਜੋ ਸਿਧਾਂਤ ਹੈ ਸਿੱਖੀ ਸਿਧਾਂਤ ਹੈ ਉਹ ਬਿਲਕੁਲ ਸਿੱਖੀ ਸਿਧਾਂਤ ਦੇ ਇਹਦੇ ਉਲਟ ਹੈ। ਤਾਂ ਭਾਈ ਇਹ ਜੋ ਵਿਚਾਰਧਾਰਾ ਗੁਰੂ ਪਾਤਸ਼ਾਹ ਨੇ ਸਾਨੂੰ ਰਹਿਤ ਮਰਜ਼ਾਦਾ ਦੱਸੀ ਹੈ ਇਹਦੇ ਅਨੁਸਾਰ ਚੱਲ ਕੇ ਹੀ ਸਿੱਖੀ ਧਰਮ ਦੀ ਪਹਿਚਾਣ ਹੈ। ਸੋ ਦੱਸ ਹੁਣ ਤੇਰੇ ਮਨ ਵਿੱਚੋਂ ਸਿੱਖ ਇਨਕਲਾਬ ਦੇ ਸਵਾਲ ਦੀ ਗੁੰਝਲ ਵਾਲਾ ਭਰਮ ਟੁੱਟ ਗਿਆ ਕਿ ਨਹੀਂ ਅਜੇ ਵੀ। ਹੁਣ ਤੂੰ ਦੱਸ ਕਿ ਤੈਨੂੰ ਸਮਝ ਲੱਗ ਗਈ ਹੈ ਕਿ ਨਹੀਂ। ਇਨਕਲਾਬ ਅਤੇ ਸੁਧਾਰਵਾਦ ਲਹਿਰ ਕੀ ਹੈ। ਤਾਂ ਜਗਿਆਸੂ ਕਹਿਣ ਲੱਗਾ ਕਿ ਭਾਈ ਸਾਹਿਬ ਜੀ ਹੁਣ ਤਾਂ ਮੈਂ ਸਿੱਖ ਇਨਕਲਾਬ ਬਾਰੇ ਆਮ ਲੋਕਾਂ ਨੂੰ ਵੀ ਵਿਸਥਾਰ ਸਹਿਤ ਸਮਝਾ ਸਕਦਾ ਹਾਂ। ਮੈਨੂੰ ਸਮਝ ਲੱਗ ਗਈ ਹੈ ਕਿ ਇਨਕਲਾਬ ਅਤੇ ਸੁਧਾਰ ਲਹਿਰ ਦੇ ਵਿੱਚ ਕੀ ਫਰਕ ਹੈ। ਇਨਕਲਾਬ ਅਤੇ ਸੁਧਾਰ ਲਹਿਰ ਬਾਰੇ ਤੁਸੀਂ ਸਾਨੂੰ ਬੜੇ ਪਿਆਰ ਨਾਲ ਬੜੇ ਵਿਸਥਾਰ ਨਾਲ ਦੱਸਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹਨਾਂ ਕਹਿ ਕੇ ਉਹ ਜਗਿਆਸੂ ਨੌਜਵਾਨ ਅਤੇ ਵਿਦਵਾਨ ਸਿੰਘ ਜੋ ਉੱਥੋਂ ਵਿਚਾਰ ਸਮਾਪਤ ਕਰਕੇ ਚਾਲੇ ਪਏ। ਸੋ ਗੁਰੂ ਪਿਆਰੋ ਇਹ ਸੀ ਜੋ ਇਨਕਲਾਬ ਅਤੇ ਸੁਧਾਰ ਲਹਿਰ ਦੇ ਵਿੱਚ ਫਰਕ ਜੋ ਆਪਾਂ ਰਲ ਮਿਲ ਕੇ ਜੋ ਇਸ ਦੀ ਸਾਂਝ ਪਾਈ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਹੈ ਜੀ। ਬਖਸ਼ ਲੈਣਾ ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਫਤਿਹ ਦੀ ਸਾਂਝ ਪਾਈਏ ਕਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।